प्रभ जी तो कह लाज हमारी। नीलकंठ नर हर नारायण नील बसन बनवारी। प्रभ जी तो कह लाज हमारी। नीलकंठ नर हर नारायण नील बसन बनवारी। परम पुरख परमेश्वर स्वामी पावन पौन आहारी। माधव महाजोत मद मर्दन मान मुकंद मुरारी। निर्विकार निर्जुर निंदरा बिन निर्भिक नरक निवारी। कृपा सिंधु काल त्रयदर्शी कुकृत पर नासनकारी। तनुरपान त्रितमान तरा तरे अन विकार अस तारी। हो मत मंद चरण शरणागत कर गह लेहो उबहारी। हो मत मंद चरण शरणागत कर गह लेहो उबहारी। हम अब गुण परे एक गुण नाही। अमृत छाड़ बिख बिख माया मोह परम पै भूले। सुत दारा स्यो प्रीत लगाई। को तम पंथ सुन्यो गुर संगत ते मिलंत जम। त्रास मिटाई एक अरदास पाठ कीरत की गुर रामदास। राखो सरनाई सुकहो टल गुर सेविया हनस। सहज सुभाए दर्शन परसै गुरु का जन्म। मरण दुख जाए होवै सिफत खसम दे नूर अरसों। कुरसो चट्टिया तुद डिठे सच्चे पातशाह मल जन्म। सज्जन सच्चा पातशाह सिर साहांद साहो। जिस पास बैठिया सोहिय सबना दावे साहो। सतनाम श्री वाहिगुरु साहिब जी। आसा शंत महला पंजवा घर चौथा। एक ओंकार सतगुर प्रसाद। हर चरण कमल मन विद्या। किश आन ना मीठा राम राजे। मिल संत संगत आराध्या। हर घट घटे डीठा राम राजे। हर चरण कमल मन विद्या। किश आन ना मीठा राम राजे। मिल संत संगत आराध्या। हर घट घटे डीठा राम राजे। हर घट घटे डीठा अमृतो बूठा। जन्म मरण दुख नाठे। गुण निध गाया सब दुख मिटाया। हम बिनठी गाठे। प्रयो सहज सुभाई छोड़ ना जाई। मन लागा रंग मजीठा। हर नानक बेदे चरण कमल।
ਕਿਛ ਆਨ ਨਾ ਮੀਠਾ। ਜਿਉ ਰਾਤੀ ਜਲ ਮਾਛੁਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ। ਗੁਰ ਪੂਰਾ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ। ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲਿਏ ਲੜ ਲਾਏ। ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨ ਕਤਹੂ ਜਾਏ। ਪ੍ਰਭ ਸੁਗਰ ਪ੍ਰਭ ਸੋ ਕਰ ਸਰੂਪ ਸੁਜਾਨ ਸੁਆਮੀ। ਤਾਕੀ ਮਿਟੈ ਨ ਦਾਤੇ ਜਲ ਸੰਗ ਰਾਤੀ ਮਾਛੁਲੀ ਨਾਨਕ ਹਰ ਮਾਤੇ। ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਨ ਆਧਾਰਾ ਰਾਮ ਰਾਜੇ। ਮਾਲ ਖਜੀਨਾ ਸੁਤ ਭਰਾਤ ਮੀਤ ਸਭਹੂ ਤੇ ਪਿਆਰਾ ਰਾਮ ਰਾਜੇ। ਸਭਹੂ ਤੇ ਪਿਆਰਾ ਪੁਰਖ ਨਿਰਾਰਾ ਤਾਕੀ ਗਤ ਨਹੀਂ ਜਾਣੀਐ। ਹਰ ਸਾਸ ਗਿਰਾਸ ਨ ਬਿਸਰੈ ਕਬਹੂ ਗੁਰ ਸਬਦੀ ਰੰਗ ਮਾਣੀਐ। ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਭਰਮ ਮੋਹ ਦੁਖ ਡਾਰਾ। ਚਾਤ੍ਰਿਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ। ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ। ਢਾਠੀ ਭੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ। ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਧ ਦੀਨ ਦਇਆਲਾ। ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ। ਸੁਖ ਸਹਜ ਆਨੰਦ ਕਨੇਰੇ ਬਤਤ ਪਾਵਨ ਸਾਧੂ ਧੂਰਾ। ਹਰ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੂਰਾ। ਸੁਖ ਸਹਜ ਆਨੰਦ ਕਨੇਰੇ ਬਤਤ ਪਾਵਨ ਸਾਧੂ ਧੂਰਾ। ਹਰ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਨੌ ਨਿਧਾਂ ਦੇ ਦਾਤੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਲਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੇ ਦਰਸ਼ਨ ਪਰਸ ਕੇ ਗੁਰਦੇਵ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਤੇ ਕਥਾ ਸਰਵਣ ਕਰਕੇ ਆਪ ਜੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਬਣਾਉਂਦੇ। ਅੰਮ੍ਰਿਤ ਵੇਲੇ ਰਾਗ ਆਸਾ ਵਿੱਚੋਂ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ।
ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਤਨਾਥ ਸਤਿਗੁਰੂ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਬੈ ਚੰਦੋਆ, ਉਗ ਬਣੋ ਤੈ ਆਥ ਬਣੋ ਚਹੁ ਚੱਕੀ ਕੀਨ ਲੋਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਰਤ ਜੋੜਦੇ ਆਖੋ ਜੀ ਸਤਨਾਮ ਸ਼੍ਰੀ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਸ਼ੰਤ ਮਹੱਲਾ ਪੰਜਵਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦਾ ਇਹ ਪਾਵਨ ਪਵਿੱਤਰ ਸ਼ਬਦ ਛੰਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਚੌਥੇ ਸੁਰ ਘਰ ਸੁਰਤਾਲ ਵਿੱਚ ਗਾਇਨ ਕਰਨੇ ਹਨ। ਔਰ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 453 ਅੰਗ ਤੋਂ ਪ੍ਰਾਰੰਭ ਹੋ ਕੇ 454 ਅੰਗ ਤੇ ਜਾ ਕੇ ਸਮਾਪਤ ਹੁੰਦਾ ਹੈ। ਮੰਗਲਾਚਰਨ ਕਰਦੇ ਨੇ ਸਤਿਗੁਰੂ ਜੀ ਅਕਾਲ ਪੁਰਖ ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਤੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਛੰਤਾਂ ਦੀ ਆਰੰਭਤਾ ਕਰਦੇ ਹਨ। ਹਰ ਚਰਨ ਕਮਲ ਮਨ ਬੇਦਿਆ, ਕਿਛ ਆਨ ਨਾ ਮੀਠਾ RAM ਰਾਜੇ। ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲ ਸਮਾਨ ਹਨ। ਕਮਲ ਜੈਸੇ ਕਿਉਂ ਕਹੇ ਗਏ? ਫੁੱਲ ਤਾਂ ਹੋਰ ਵੀ ਬਹੁਤ ਨੇ ਕਿ ਗੁਲਾਬ ਘੱਟ ਸੁੰਦਰ ਹੈ, ਕਿ ਗੁਲਦੌਦੀਆਂ ਸੁੰਦਰ ਨਹੀਂ ਹਨ, ਕਿ ਚਮੇਲੀ ਦੇ ਫੁੱਲ ਸੁੰਦਰ ਨਹੀਂ ਹੁੰਦੇ। ਫੁੱਲ ਤਾਂ ਹੋਰ ਵੀ ਬਹੁਤ ਨੇ, ਪਰ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਕਮਲ ਦੇ ਨਾਲ ਕਿਉਂ, ਕੇਵਲ ਕਮਲ ਦੇ ਫੁੱਲ ਨਾਲ ਹੀ ਕਿਉਂ ਤਸਬੀਹ ਦਿੱਤੀ? ਇਹਦਾ ਕਾਰਨ ਹੈ ਕਿ ਕਮਲ ਦਾ ਫੁੱਲ ਭਾਵੇਂ ਪਾਣੀ 'ਚ ਪੈਦਾ ਹੁੰਦਾ ਹੈ, ਉਹ ਪਾਣੀ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੁੰਦਾ ਹੈ, ਪਾਣੀ ਤੋਂ ਨਿਰਾਲਾ ਹੁੰਦਾ ਹੈ। ਉਹ ਪਾਣੀ ਦੇ ਵਿੱਚ ਲਿਪਾਏਮਾਨ ਨਹੀਂ ਹੁੰਦਾ। ਚਿੱਕੜ ਵਿੱਚ ਵੀ ਕਮਲ ਉਗ ਪੈਂਦਾ, ਪਰ ਉਹਦੇ ਵਿੱਚ ਉਹ ਲਿਪਾਏਮਾਨ ਨਹੀਂ ਹੁੰਦਾ, ਉਹਦੇ ਤੋਂ ਨਿਰਲੇਪ ਰਹਿੰਦਾ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਇਸੇ ਕਰਕੇ ਕਮਲ ਨਾਲ ਤਸਬੀਹ ਦਿੱਤੀ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਜੀ ਸਾਰੇ ਜਗਤ ਵਿੱਚ ਵਿਆਪਕ ਨੇ, ਫਿਰ ਵਿਆਪਕ ਦੇ ਨਾਲ ਨਿਰਲੇਪ ਵੀ ਨੇ। ਤੋ ਕਮਲ ਦਾ ਫੁੱਲ ਸੁੰਦਰ ਵੀ ਕਿਹਾ, ਸਾਰੇ ਫੁੱਲਾਂ ਵਿੱਚੋਂ ਅਤੀ ਸੁੰਦਰ ਹੈ। ਸੁੰਦਰ ਇਸੇ ਕਰਕੇ ਹੈ ਕਿਉਂਕਿ ਉਹ ਨਿਰਲੇਪ ਹੈ। ਤੋ ਹਰੀ ਵਾਹਿਗੁਰੂ ਪਰਮੇਸ਼ਰ ਦੇ ਜੋ ਪਵਿੱਤਰ ਚਰਨ ਕਮਲ ਹਨ, ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨ ਕਮਲਾਂ ਨਾਲ ਬੇਧਿਆ, ਵਿੰਨਿਆ ਗਿਆ। ਬੇਧਿਆ ਦਾ ਮਤਲਬ ਹੁੰਦਾ ਵੀ ਵਿੰਨ ਗਿਆ, ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜੁੜ ਗਿਆ ਹੈ। ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਚਰਨ ਕਮਲਾਂ ਨਾਲ, ਉਹਨਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੁਝ ਹੋਰ ਮਿੱਠਾ ਨਹੀਂ ਲੱਗਦਾ, ਪਿਆਰਾ ਨਹੀਂ ਲੱਗਦਾ।
ਜਿਨ੍ਹਾਂ ਨੂੰ ਸਾਹਿਬ ਦੇ ਚਰਨ ਕਮਲ ਪਿਆਰੇ ਲੱਗ ਗਏ, ਉਹਨਾਂ ਨੂੰ ਫਿਰ ਗੁਰੂ ਸਾਹਿਬ ਦੇ ਚਰਨ ਕਮਲਾਂ ਤੋਂ ਇਲਾਵਾ ਕੁਝ ਹੋਰ ਭਾਉਂਦਾ ਹੀ ਨਹੀਂ, ਮਿੱਠਾ ਹੀ ਨਹੀਂ ਲੱਗਦਾ। ਕਿਛ ਆਨ ਨਾ ਮੀਠਾ RAM ਰਾਜੇ, ਇਹ ਪਿਆਰੇ ਫਿਰ ਉਹਨੂੰ ਕੁਝ ਹੋਰ ਮਿੱਠਾ ਨਹੀਂ ਲੱਗਦਾ। RAM ਰਾਜੇ ਸ਼ਬਦ ਸਾਡੇ ਸਾਰਿਆਂ ਲਈ ਸੰਬੋਧਨੀਏ ਵੀ ਹੈ ਕਿ ਭਾਈ ਜਿਨ੍ਹਾਂ ਨੂੰ ਸਾਹਿਬ ਦੇ ਚਰਨ ਕਮਲ ਪਾਉਂਦੇ ਨੇ, ਫਿਰ ਉਹਨਾਂ ਨੂੰ ਰਾਜ ਭਾਗ ਦੀ ਵੀ ਕਾਂਖਾ ਨਹੀਂ ਰਹਿੰਦੀ। ਉਹ ਕਹਿੰਦੇ ਵਾਹਿਗੁਰੂ ਨਾ ਰਾਜ ਦੀ ਇੱਛਾ ਹੈ, ਨਾ ਮੁਕਤੀ ਦੀ ਇੱਛਾ ਹੈ। ਸਾਨੂੰ ਤਾਂ ਮਹਾਰਾਜ ਤੁਹਾਡੇ ਚਰਨਾਂ ਕਮਲਾਂ ਦੀ ਮੌਜ ਪਾਉਂਦੀ ਹੈ, ਤੇ ਇੱਛਾ ਇਹ ਹੈ ਕਿ ਆਦ ਤੋਂ ਅੰਤ ਤੱਕ ਤੁਹਾਡੇ ਚਰਨਾਂ ਕਮਲਾਂ ਦੀ ਮੌਜ ਵਿੱਚ ਹੀ ਰਹੀਏ। ਇਹਦੇ ਬਿਨਾਂ ਹੋਰ ਕੁਝ ਨਹੀਂ ਚਾਹੀਦਾ। ਹੁਣ ਰਾਜ ਕਿੱਡਾ ਵੱਡਾ ਸੁੱਖ ਕਿਹਾ ਜਾਂਦਾ ਰਾਜ ਦਾ, ਫਿਰ ਮੁਕਤੀ ਦਾ ਸੁੱਖ ਕਿਤਨਾ ਵੱਡਾ ਕਿਹਾ ਜਾਂਦਾ। ਪਰ ਇਹਨਾਂ ਸੁੱਖਾਂ ਨਾਲੋਂ ਵੀ ਕਿਤੇ ਵੱਧ ਸੁੱਖ ਹੈ ਸਾਹਿਬ ਦੇ ਚਰਨ ਕਮਲਾਂ ਵਿੱਚ। ਇਸ ਕਰਕੇ ਕਹਿੰਦੇ ਜਿਨ੍ਹਾਂ ਦਾ ਮਨ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਵਿੰਨਿਆ ਹੋਇਆ, ਲੱਗਾ ਹੋਇਆ, ਉਹਨਾਂ ਨੂੰ ਕੁਝ ਹੋਰ ਮਿੱਠਾ ਨਹੀਂ ਲੱਗਦਾ। ਹਾਂਜੀ। ਮਿਲ ਸੰਤ ਸੰਗਤ ਆਰਾਧਿਆ, ਹਰ ਘਟ ਘਟੇ ਡੀਠਾ RAM ਰਾਜੇ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕੀਤੀ, ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਆਰਾਧਿਆ, ਤੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਆਰਾਧਨ ਦਾ ਫਲ ਵੇਖੋ ਕਿੰਨਾ ਵੱਡਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤ ਸੰਗਤ ਵਿੱਚ ਬੈਠ ਕੇ ਹਰੀ ਨੂੰ ਆਰਾਧਨ ਦਾ ਮਹਾਤਮ ਸੁਣੋ ਕਿੰਨਾ ਵੱਡਾ ਹੈ। ਕਹਿੰਦੇ ਏਡਾ ਵੱਡਾ ਮਹਾਤਮ ਕਿ ਸਾਧ ਸੰਗਤ ਵਿੱਚ ਬੈਠ ਕੇ ਜਿਨ੍ਹਾਂ ਨੇ ਆਰਾਧਿਆ, ਉਹਨਾਂ ਨੂੰ ਘਟ ਘਟ ਵਿੱਚ ਪ੍ਰਮਾਤਮਾ ਦੀ ਜੋਤ ਦਿਸਣ ਲੱਗ ਪਈ। ਹਰ ਘਟ ਘਟੇ ਡੀਠਾ RAM ਰਾਜੇ, ਹਰ ਘਟ ਘਟ ਵਿੱਚ ਉਹਨਾਂ ਨੇ ਡੀਠਾ ਵੇਖ ਲਿਆ ਉਸ ਰਮੇ ਹੋਏ RAM ਨੂੰ, ਜਿਹੜਾ ਸਾਰੇ ਜਗਤ ਦਾ ਰਾਜਾ ਹੈ। ਉਸ ਨੂੰ ਘਟ ਘਟ ਵਿੱਚ ਵੇਖਿਆ। ਇਹ ਦ੍ਰਿਸ਼ਟੀ, ਇਹ ਨਿਗਾਹ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਐਸੀਆਂ ਅੱਖਾਂ ਜਿਨ੍ਹਾਂ ਨਾਲ ਘਟ ਘਟ ਵਿੱਚ ਦਿਸਦਾ ਹੈ, ਉਹ ਅੱਖਾਂ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੀ ਆਰਾਧਨਾ ਕਰਨ ਮਾਤਰ ਨਾਲ ਪ੍ਰਾਪਤ ਹੋਈਆਂ। ਜਿਨ੍ਹਾਂ ਨੂੰ ਮਹਾਰਾਜ ਜੀ ਨੇ ਕਿਹਾ ਨਾ, ਸੇ ਅਖੜੀਆਂ ਬਿਆਨ ਜਿਨੇ ਡਿਸੰਦੋ ਮਾਂ ਪਿਰੀ, ਉਹ ਅੱਖਾਂ ਕਿੱਥੋਂ ਮਿਲਦੀਆਂ ਨੇ? ਪੰਜਵੇਂ ਪਾਤਸ਼ਾਹ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੀ ਆਰਾਧਨਾ ਕਰਨ ਨਾਲ ਮਿਲਦੀਆਂ ਨੇ। ਇਹ ਸਤ ਸੰਗਤ ਦਾ ਪ੍ਰਤਾਪ ਹੈ। ਇਸੇ ਕਰਕੇ ਤੇ ਜਿਨ੍ਹਾਂ ਨੂੰ ਸਤ ਸੰਗਤ ਕਰਨ ਦਾ ਰੰਗ ਲੱਗ ਜਾਏ ਨਾ, ਉਹ ਫਿਰ ਸਤ ਸੰਗਤ ਬਿਨਾਂ ਰਹਿ ਹੀ ਨਹੀਂ ਸਕਦੇ। ਜਿਹੜਾ ਸਮਾਂ ਕਥਾ ਦਾ ਹੁੰਦਾ, ਕੀਰਤਨ ਦਾ ਹੁੰਦਾ, ਸਤ ਸੰਗਤ ਵਿੱਚ ਬੈਠਣ ਦਾ, ਉਸ ਸਮੇਂ ਉਹ ਭਾਵੇਂ ਕਿਤੇ ਵੀ ਹੋਣ, ਅੱਛੂ ਪੇੜੇ ਜੇ ਨਹੀਂ ਹੁੰਦੇ, ਕਹਿੰਦੇ ਉਹ ਲੱਗ ਜਾਂਦੇ ਆ ਉਹਨਾਂ ਨੂੰ ਬੈਠਿਆਂ ਬੈਠਿਆਂ, ਉਤਾਵਲੇ ਹੋ ਜਾਂਦੇ ਵੀ ਹੁਣ ਮਹਾਰਾਜ ਜੀ ਦੀ ਸਤ ਸੰਗਤ ਕਰਨ ਦਾ ਵੇਲਾ ਹੈ। ਏਦਾਂ ਦਾ ਸੁਭਾਅ ਬਣ ਜਾਂਦਾ, ਫਿਰ ਉਹ ਰਹਿ ਨਹੀਂ ਸਕਦੇ। ਸਤਪੁਰਸ਼ਾਂ ਦੀ ਸੰਗਤ ਦਾ ਜਿਨ੍ਹਾਂ ਨੂੰ ਰੰਗ ਆਉਣ ਲੱਗ ਪਏ, ਸੰਤ ਜਨਾਂ ਦੀ ਸੰਗਤ ਵਿੱਚ ਜਿਨ੍ਹਾਂ ਨੂੰ ਆਨੰਦ ਆਉਣ ਲੱਗ ਪਵੇ, ਉਹ ਸੰਤ ਜਨਾਂ ਦੀ ਸੰਗਤ ਬਿਨਾਂ ਨਹੀਂ ਰਹਿ ਸਕਦੇ। ਤੇ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਆਰਾਧਿਆ ਹੈ, ਉਹਨਾਂ ਨੂੰ ਘਟ ਘਟ ਵਿੱਚ ਵਾਹਿਗੁਰੂ ਪਰਮੇਸ਼ਰ ਦਿਸਿਆ ਹੈ। ਹਰ ਘਟ ਘਟੇ ਡੀਠਾ, ਅੰਮ੍ਰਿਤੋ ਬੂਠਾ, ਜਨਮ ਮਰਨ ਦੁੱਖ ਨਾਠੇ। ਉਹਨਾਂ ਨੇ ਹਰੀ ਨੂੰ ਘਟ ਘਟ ਵਿੱਚ ਵੇਖ ਲਿਆ, ਅੰਮ੍ਰਿਤ ਵਸ ਗਿਆ ਉਹਨਾਂ ਦੇ ਹਿਰਦੇ 'ਚ। ਆਹਾ, ਅੰਮ੍ਰਿਤੋ ਬੂਠਾ, ਬੂਠਾ ਦਾ ਮਤਲਬ ਹੁੰਦਾ ਵਸ ਜਾਣਾ। ਉਹਨਾਂ ਹਿਰਦੇ ਦੇ ਵਿੱਚ ਅੰਮ੍ਰਿਤ ਵਸ ਗਿਆ। ਜਦੋਂ ਨਾਮ ਅੰਮ੍ਰਿਤ ਉਹਨਾਂ ਦੇ ਹਿਰਦੇ 'ਚ ਵਸਿਆ, ਤੇ ਫਿਰ ਜਨਮ ਮਰਨ ਦੁੱਖ ਨਾਠੇ।
ਜਨਮ ਤੇ ਮਰਨ ਦੇ ਜਿੰਨੇ ਵੀ ਦੁੱਖ ਸਨ ਉਹ ਸਾਰੇ ਦੁੱਖ ਨਸ ਗਏ ਜਦੋਂ ਉਹਨਾਂ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਵਸ ਗਿਆ। ਜਨਮ ਮਰਨ ਦੁੱਖ ਨਾਠੇ, 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 ਜਨਮ ਮਰਨ ਦੁੱਖ ਨਾਠੇ। ਉਹਨਾਂ ਦਾ ਜਨਮ ਤੇ ਮਰਨ ਦਾ ਦੁੱਖ ਨਸ ਗਿਆ। ਜਿੰਨੇ ਵੀ ਦੁੱਖ ਨੇ ਸਾਰੇ ਜਨਮ ਮਰਨ ਦੇ ਵਿੱਚ ਹੀ ਨੇ, ਇਸ ਕਰਕੇ ਸਾਰੇ ਹੀ ਦੁੱਖ ਉਹਨਾਂ ਦੇ ਨਸ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਅੰਮ੍ਰਿਤ ਵਸਿਆ ਹੈ। ਗੁਣ ਨਿਦ ਗਾਇਆ ਸਭ ਦੁੱਖ ਮਿਟਾਇਆ, ਹਉਮੈ ਬਿਨਸੀ ਗਾਠੇ। ਕਹਿੰਦੇ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ, ਕਿਉਂਕਿ ਵਾਹਿਗੁਰੂ ਗੁਣਾਂ ਦਾ ਨਿਧੀ ਖਜ਼ਾਨਾ ਹੈ, ਉਹਦੇ ਗੁਣ ਗਾਏ ਤਾਂ ਉਸ ਵਕਤ ਹਿਰਦੇ ਵਿੱਚ ਜਿਹੜੀ ਹਉਮੈ ਦੀ ਗੰਢ ਸੀ ਨਾ ਉਹ ਬਿਨਸ ਗਈ। ਇਹ ਗੰਢ ਹੀ ਹੈ, ਹਉਮੈ ਜਿਹੜੀ ਹੈ ਨਾ ਇਹ ਅੰਦਰ ਗੰਢ ਵਾਂਗੂ ਵੱਜੀ ਹੋਈ ਹੈ ਸਾਡੇ ਅੰਦਰ। ਇਹਨੂੰ ਖੋਲਣਾ ਤਰੀਕਾ ਵਾਹਿਗੁਰੂ ਦੇ ਗੁਣ ਗਾਇਨ ਕਰਦੇ। ਜਦੋਂ ਇਹ ਹਉਮੈ ਦੀ ਗੰਢ ਬਿਨਸ ਜਾਂਦੀ ਤੇ ਫਿਰ ਸਾਰੇ ਦੁੱਖ ਮਿਟ ਜਾਂਦੇ ਨੇ। ਸਭ ਦੁੱਖ ਮਿਟਾਇਆ, ਸਾਰੇ ਦੁੱਖ ਉਹਨਾਂ ਦੇ ਮਿਟਾ ਦਿੱਤੇ ਪਰਮੇਸ਼ਰ ਨੇ। ਜਿਸ ਵਕਤ ਹਉਮੈ ਦੀ ਇਹ ਗੰਢ ਬਿਨਸ ਗਈ, ਪ੍ਰਿਉ ਸਹਜ ਸੁਭਾਈ ਛੋੜ ਨਾ ਜਾਈ, ਆਹਾ ਮਨ ਲਾਗਾ ਰੰਗ ਮਜੀਠਾ। ਕਹਿੰਦੇ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਦੇ ਨਾਮ ਦਾ ਮਜੀਠਾ ਰੰਗ ਲੱਗ ਗਿਆ, ਮਜੀਠਾ ਗੂੜਾ ਰੰਗ, ਜਿਨ੍ਹਾਂ ਦੇ ਹਿਰਦਿਆਂ 'ਚ ਪ੍ਰਿਉ ਸਹਿਜ ਸੁਭਾਈ ਛੋੜ ਨਾ ਜਾਈ। ਫਿਰ ਉਹ ਪਿਆਰਾ ਵਾਹਿਗੁਰੂ ਪਰਮੇਸ਼ਰ ਸਹਿਜ ਸੁਭਾਏ ਸੁਤੇ ਸਿੱਧ ਉਹਨਾਂ ਅੰਦਰ ਇਸ ਤਰ੍ਹਾਂ ਪ੍ਰਗਟ ਹੋ ਜਾਂਦਾ ਵੀ ਉਹਨਾਂ ਨੂੰ ਫਿਰ ਕਦੇ ਵੀ ਛੱਡ ਕੇ ਉਹਨਾਂ ਤੋਂ ਪਾਸੇ ਨਹੀਂ ਜਾਂਦਾ, ਯਾਨੀ ਕਿ ਉਹਨਾਂ ਦੇ ਸਨਮੁਖ ਪ੍ਰਮਾਤਮਾ ਦਾ ਹਮੇਸ਼ਾ ਸਾਖਸ਼ਾਤਕਾਰ ਰਹਿੰਦਾ। ਉਹ ਕਹਿੰਦੇ ਹੈ ਹਜੂਰ ਕਤ ਦੂਰ ਬਤਾਵੋ ਹੈ ਹਜੂਰ। ਕਹਿੰਦੇ ਉਹ ਤਾਂ ਹਾਜ਼ਰ ਹੈ ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਹਾਜ਼ਰਾਂ ਤੋਂ ਵੀ ਹਾਜ਼ਰ, ਇੱਕ ਤਾਂ ਇਕੱਲੇ ਹਾਜ਼ਰ ਹੁੰਦੇ, ਕਹਿੰਦੇ ਹਾਜ਼ਰਾਂ ਤੋਂ ਵੀ ਅੰਦਰ ਹਾਜ਼ਰ ਹੈ। ਤੋ ਇਸ ਪ੍ਰਕਾਰ ਨਾਲ ਉਹਨਾਂ ਨੂੰ ਉਹ ਵਾਹਿਗੁਰੂ ਪਰਮੇਸ਼ਰ ਛੱਡ ਕੇ ਕਦੇ ਉਹਨਾਂ ਤੋਂ ਪਾਸੇ ਨਹੀਂ ਜਾਂਦਾ, ਯਾਨੀ ਕਿ ਹਮੇਸ਼ਾ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਸਾਖਸ਼ਾਤਕਾਰ ਰਹਿੰਦਾ ਹੈ। ਔਰ ਸੁਤੇ ਸਿੱਧ ਸੁਭਾਵਕ ਇਹ ਖੇਡ ਉਹਨਾਂ ਅੰਦਰ ਵਰਤ ਜਾਂਦੀ ਹੈ। ਕਦੋਂ ਵਰਤਦੀ ਹੈ? ਜਦੋਂ ਉਹਨਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਮਜੀਠੇ ਰੰਗ ਵਿੱਚ, ਗੂੜੇ ਰੰਗ ਵਿੱਚ ਰੰਗਿਆ ਜਾਂਦਾ ਹੈ। ਹਰ ਨਾਨਕ ਬੇਦੇ ਚਰਨ ਕਮਲ, ਕਿਛ ਆਨ ਨਾ ਮੀਠਾ। ਹਰੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਕਮਲਾਂ ਦੇ ਨਾਲ ਜਿਨ੍ਹਾਂ ਦਾ ਮਨ ਵਿੰਨਿਆ ਗਿਆ, ਉਹਨਾਂ ਨੂੰ ਫਿਰ ਕੁਝ ਹੋਰ ਮਿੱਠਾ ਨਹੀਂ ਲੱਗਦਾ। ਹਰੀ ਦੇ ਚਰਨ ਕਮਲਾਂ ਤੋਂ ਬਿਨਾਂ ਕੁਝ ਹੋਰ ਨਹੀਂ ਪਾਉਂਦਾ। ਆਖਿਆ ਮੋਤੀ ਦੇ ਮੰਦਰ ਉਸਰ ਜਾਣ, ਸੋਹਣੇ ਮਹੱਲਾਂ ਵਿੱਚ ਵਸੋ ਰਹੋ, ਸੋਹਣੇ ਪਲੰਘਿਆਂ ਦੇ ਉੱਤੇ ਸਵੋ, ਧਰਤੀ ਤੇ ਮਣੀਆਂ ਲੱਗੀਆਂ ਹੋਣ, ਇਹੋ ਜਿਹੇ ਫਰਸ਼ ਹੋਣ, ਰਹੋ ਉੱਥੇ। ਤਾਂ ਐਸੇ ਸੋਹਣੇ ਮਹੱਲਾਂ ਨੂੰ, ਸੋਹਣਿਆਂ ਮੰਦਰਾਂ ਨੂੰ,
ਸਿੱਧੀਆਂ ਨੂੰ, ਦੁਨੀਆ ਦੀਆਂ ਪਾਤਸ਼ਾਹੀਆਂ ਨੂੰ ਵੇਖ ਕੇ ਵੀ ਉਹ ਕਹਿੰਦੇ, ਹੇ ਵਾਹਿਗੁਰੂ ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾ। ਪਰਮੇਸ਼ਰ ਬਿਨਾਂ ਨਹੀਂ ਉਹਨਾਂ ਨੂੰ ਕੁਝ ਪਾਉਂਦਾ। ਵਿਣ ਨਾਵੈ ਅਵਰ ਨਾ ਪਾਇਆ। ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਕੁਝ ਹੋਰ ਨਹੀਂ ਭਾਉਂਦਾ, ਕੁਝ ਹੋਰ ਮਿੱਠਾ ਨਹੀਂ ਲੱਗਦਾ। ਜਿਉ ਰਾਤੀ ਜਲ ਮਾਸੁਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ। ਜਿਵੇਂ ਕੋਈ ਮੱਛੀ ਪਾਣੀ ਦੇ ਵਿੱਚ ਰੰਗੀ ਹੋਈ ਹੈ। ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਉਹਦਾ ਆਧਾਰ ਪਾਣੀ ਹੈ। ਉਹਨੂੰ ਜੋ ਚਾਹੀਦਾ ਉਹ ਪਾਣੀ ਚੋਂ ਮਿਲਦਾ ਹੈ, ਉਹਦਾ ਜੀਵਨ ਪਾਣੀ। ਪਾਣੀ ਬਿਨਾਂ ਮੱਛੀ ਦੇ ਜੀਵਨ ਦੀ ਕੋਈ ਕਲਪਨਾ ਨਹੀਂ। ਜੈਸੇ ਮੱਛੀ ਨੂੰ ਪਾਣੀ ਨਾਲ ਰਤ ਹੈ, ਪ੍ਰੇਮ ਹੈ, ਤਿਉਂ ਤੈਸੇ ਹੀ ਨਾਮ ਜਪਣ ਵਾਲੇ, ਰਾਮ ਦਾ ਰਸ ਲੈਣ ਵਾਲੇ ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਹੈ। ਮੱਛੀ ਪਾਣੀ 'ਚ ਰੱਤੀ ਹੋਈ ਹੈ ਤੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਨਾਮ ਦੇ ਰਸ ਵਿੱਚ ਰੱਤੇ ਹੋਏ ਨੇ। ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ ਤੇ ਰਾਮ ਦੇ ਰਸ ਵਿੱਚ ਮੱਤੇ ਹੋਏ ਰੱਬ ਦੇ ਪਿਆਰੇ ਰਾਮ ਦੇ ਨਾਮ ਰਸ ਬਿਨਾਂ ਨਹੀਂ ਰਹਿ ਸਕਦੇ, ਨਹੀਂ ਰਹਿ ਸਕਦੇ। ਉਹਨਾਂ ਅੰਦਰ ਇਹ ਤੜਫ ਬਣੀ ਰਹਿੰਦੀ ਹੈ ਕਿ ਸਹਿਬ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਾਡੇ ਜੀਵਨ ਦਾ ਆਧਾਰ ਬਣਿਆ ਰਹੇ। ਹਾਂਜੀ। ਗੁਰ ਪੂਰੈ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ। ਜਿਨ੍ਹਾਂ ਨੂੰ ਪੂਰੇ ਗੁਰੂ ਨੇ ਉਪਦੇਸ਼ ਦਿੱਤਾ, ਉਹਨਾਂ ਨੂੰ ਅਸਲ ਵਿੱਚ ਜੀਵਨ ਦੀ ਉਹ ਅਵਸਥਾ ਜਿਸ ਨੂੰ ਜੀਵਨ ਮੁਕਤ ਅਵਸਥਾ ਕਹਿੰਦੇ ਨੇ, ਉਹ ਜੀਵਨ ਮੁਕਤ ਅਵਸਥਾ ਦਾ ਪ੍ਰਕਾਰ, ਭਾਤੇ ਦਾ ਮਤਲਬ ਹੁੰਦਾ ਪ੍ਰਕਾਰ, ਉਹ ਗੁਰਸਿੱਖਾਂ ਨੂੰ ਗੁਰੂ ਦੇ ਉਪਦੇਸ਼ ਵਿੱਚੋਂ ਪ੍ਰਾਪਤ ਹੋ ਜਾਂਦਾ ਕਿ ਜੀਵਨ ਮੁਕਤੀ ਦਾ ਪ੍ਰਕਾਰ ਕੀ ਹੈ। ਕਹਿ ਦਿੰਦੇ ਇਸ ਚੀਜ਼ ਦਾ ਕੀ ਪ੍ਰਕਾਰ ਹੈ, ਇਹ ਵਸਤੂ ਦਾ ਕੀ ਪ੍ਰਕਾਰ ਹੈ, ਸਵਰੂਪ ਕੀ ਹੈ। ਜੀਵਨ ਮੁਕਤ ਅਵਸਥਾ ਦਾ ਪ੍ਰਕਾਰ ਗੁਰਸਿੱਖਾਂ ਨੂੰ ਗੁਰੂ ਕੇ ਉਪਦੇਸ਼ ਵਿੱਚੋਂ ਪ੍ਰਾਪਤ ਹੁੰਦਾ ਹੈ, ਗੁਰੂ ਪੂਰੇ ਦੇ ਉਪਦੇਸ਼ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਹੜੇ ਮਾਈ ਭਾਈ ਪੂਰੇ ਗੁਰੂ ਕੇ ਉਪਦੇਸ਼ ਨੂੰ ਸੁਣਦੇ ਨੇ, ਉਹਨਾਂ ਨੂੰ ਜੀਵਨ ਦੀ ਅਸਲੀ ਉਹ ਅਵਸਥਾ ਜਿਸ ਨੂੰ ਜੀਵਨ ਮੁਕਤ ਅਵਸਥਾ ਕਹਿੰਦੇ ਨੇ, ਉਹ ਪ੍ਰਾਪਤ ਹੋ ਜਾਂਦੀ। ਜੇ ਗੁਰ ਉਪਦੇਸ਼ ਨੂੰ ਸੁਣ ਕੇ ਗੁਰਸਿੱਖ ਆਪਣੇ ਹਿਰਦੇ 'ਚ ਵਸਾਉਂਦਾ ਹੈ, ਆਹ ਕਿਵੇਂ ਨਹੀਂ ਵਿਸਰਦਾ ਗੁਰੂ ਉਪਦੇਸ਼ ਗੁਰਸਿੱਖਾਂ ਨੂੰ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦਾ ਕਥਨ ਹੈ, ਉਹ ਕਹਿੰਦੇ ਗੁਰ ਉਪਦੇਸ਼ ਨ ਵਿਸਰੈ, ਗੁਰ ਉਪਦੇਸ਼ ਨ ਵਿਸਰੈ, ਬਾਬੀਹਾ ਧਿਆਵੈ। ਜਿਵੇਂ ਬਾਬੀਹਾ ਪ੍ਰਿਯੋ 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 ਜਪਦਾ ਨਾ, ਏਦਾਂ ਗੁਰੂ ਕੇ ਸਿੱਖ ਨੂੰ ਗੁਰੂ ਕਾ ਉਪਦੇਸ਼ ਨਹੀਂ ਵਿਸਰਦਾ, ਉਹ ਵੀ ਗੁਰ ਉਪਦੇਸ਼ ਨੂੰ ਦ੍ਰਿੜ ਕਰਦਾ ਆਪਣੇ ਹਿਰਦੇ। ਅੰਦਰ ਗੁਰ ਉਪਦੇਸ਼ ਵਸਾਇਆ, ਗੁਰਸਿੱਖ ਆਪਣੇ ਅੰਦਰ ਗੁਰੂ ਕੇ ਉਪਦੇਸ਼ ਨੂੰ ਵਸਾਉਂਦਾ। ਗੁਰੂ ਕੇ ਸਿੱਖ ਨੂੰ ਆਪਣੇ ਹਿਰਦੇ ਚੋਂ ਗੁਰੂ ਕਾ ਉਪਦੇਸ਼ ਨਹੀਂ ਵਿਸਰਦਾ। ਔਰ ਜਿਹੜੇ ਮਾਈ ਭਾਈ ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ, ਉਹ ਜੀਵਨ ਦੀ ਗਤ ਪ੍ਰਾਪਤ ਕਰ ਲੈਂਦੇ ਨੇ। ਅਸਲ ਜੀਵਨ ਕੀ ਹੈ? ਪਸ਼ੂਆਂ ਵਾਲਾ, ਡੰਗਰਾਂ ਵਾਲਾ, ਜਾਨਵਰਾਂ ਵਾਲਾ ਜੀਵਨ ਤਾਂ ਬੜੀ ਦੁਨੀਆ ਜੀ ਰਹੀ, ਪਰ ਅਸਲ ਵਿੱਚ ਜੀਵਨ ਹੈ ਕੀ? ਜੀਵਨ ਰੌ ਹੈ ਕੀ? ਜੀਵਨ ਦੀ ਅਸਲ ਖੇਡ ਕੀ ਹੈ, ਤਾਤਪਰਜ ਕੀ ਹੈ? ਉਹ ਗੁਰਸਿੱਖ ਨੂੰ ਗੁਰੂ ਕੇ ਉਪਦੇਸ਼ ਵਿੱਚੋਂ ਸਮਝ ਆਉਂਦਾ ਹੈ।
ਨਹੀਂ ਤਾਂ ਜਿਵੇਂ ਪੰਜਾਲੀ ਮੋਢਿਆਂ ਤੇ ਰੱਖ ਕੇ ਬਲਦ ਟੁਰਿਆ ਹੁੰਦਾ ਨਾ, ਏਦਾਂ ਪੰਜਾਲੀ ਚੁੱਕੀ ਹੋਈ ਆ, ਬਸ ਭਾਰ ਚੁੱਕਿਆ, ਗਧੇ ਦੇ ਉੱਤੇ ਖੱਚਰ ਦੇ ਉੱਤੇ ਵਜਨ ਰੱਖਿਆ, ਟੁਰਿਆ ਹੋਇਆ। ਉਹ ਹੀਰਿਆਂ ਦੀ ਭਾਰ ਹੈ, ਕਾਹਦਾ ਭਾਰ ਹੈ, ਉਹਨੂੰ ਕੁਝ ਨਹੀਂ ਪਤਾ। ਜੇ ਜੀਵਨ ਦਾ ਪਤਾ ਹੀ ਨਹੀਂ ਤੇ ਫਿਰ ਜੀਵਨ ਇਸੇ ਤਰ੍ਹਾਂ ਹੀ ਹੈ ਕਿ ਇਸ ਜੀਵਨ ਦੇ ਭਾਰ ਨੂੰ ਇਹ ਮਨੁੱਖ ਗਧੇ ਵਾਂਗੂ ਢੋ ਤਾਂ ਰਿਹਾ ਪਰ ਉਸ ਨੂੰ ਮਾਣ ਨਹੀਂ ਰਿਹਾ। ਲੋਕਾਂ ਨੇ ਆਖਿਆ ਜੀ, ਜਿਹੜੇ ਸਾਖਤ ਲੋਕ ਨੇ ਉਹ ਕਹਿੰਦੇ ਨਹੀਂ ਜੀ ਜੀਵਨ ਦਾ ਮਜ਼ਾ ਲਈਏ। ਉਹ ਪਤਾ ਕਿੱਥੇ ਲੈਂਦੇ ਆ ਮਜ਼ਾ ਜੀਵਨ ਦਾ? ਉਹ ਜੀਵਨ ਦਾ ਮਜ਼ਾ ਲੈਂਦੇ ਆ ਨਸ਼ਿਆਂ ਵਿੱਚ। ਉਹ ਜੀਵਨ ਦਾ ਮਜ਼ਾ ਲੈਂਦੇ ਆ ਸੰਸਾਰ ਦੇ ਜਿਤਨੇ ਵਿਕਰਮ ਨੇ ਜਿਹੜੇ ਸਮਾਜ ਨੂੰ ਗੰਧਲਾ ਕਰਦੇ ਨੇ, ਉਹਨਾਂ ਨੂੰ ਉੱਥੇ ਮਜ਼ਾ ਆਉਂਦਾ। ਉਹ ਕਹਿੰਦੇ ਜ਼ਿੰਦਗੀ ਤਾਂ ਇਹ ਹੈ, ਨਸ਼ੇਖੋਰੀ ਦੀ ਲੱਤ ਵਿੱਚ ਜੀਵਨ ਬਤੀਤ ਕਰਨਾ, ਵਿਅਭਿਚਾਰ ਦੇ ਵਿੱਚ ਬਤੀਤ ਕਰਨਾ। ਕਿ ਮਨੁੱਖੀ ਜੀਵਨ ਦਾ ਮਜ਼ਾ ਇਹੀ ਹੈ? ਐਸਾ ਮਜ਼ਾ ਮਾਣਨ ਵਾਲੇ ਤਾਂ ਬੜੇ ਬੜੇ ਜਾਨਵਰ ਵੀ ਨੇ, ਪਸ਼ੂ ਵੀ ਨੇ। ਦਰਅਸਲ ਉਹਨਾਂ ਨੇ ਉਹ ਰਸ ਦੀ ਝਲਕ ਕਦੇ ਵੇਖੀ ਨਹੀਂ ਜਿਹੜੀ ਗੁਰੂ ਕੀ ਸ਼ਰਨ ਵਿੱਚ ਆ ਕੇ ਮਹਿਸੂਸ ਹੁੰਦੀ ਹੈ। ਕਿਤੇ ਗੁਰੂ ਕੀ ਸੰਗਤ ਵਿੱਚ ਆ ਕੇ ਉਸ ਆਤਮ ਰਸ ਦੀ ਝਲਕ ਜਿਨ੍ਹਾਂ ਨੇ ਥੋੜੀ ਸਮੇਂ ਵੀ ਵੇਖ ਲਈ ਨਾ, ਉਹਨਾਂ ਨੂੰ ਦੁਨੀਆ ਦੇ ਜਿਤਨੇ ਰਸ ਉਹ ਮੰਨਦੇ ਨੇ ਵੀ ਇਹਨਾਂ 'ਚ ਰਸ ਹੈ, ਇਹ ਰਸ ਫੋਕੇ ਤੇ ਫਿੱਕੇ ਪ੍ਰਤੀਤ ਹੋਣਗੇ, ਕੁੜੱਤਣ ਭਰੇ ਪ੍ਰਤੀਤ ਹੋਣਗੇ। ਉਹਨਾਂ ਨੂੰ ਰਸ ਉਦੋਂ ਤੱਕ ਹੀ ਚੰਗੇ ਲੱਗ ਰਹੇ ਨੇ ਜਦੋਂ ਤੱਕ ਉਹਨਾਂ ਨੂੰ ਰਾਮ ਰਸ ਨਹੀਂ ਆਇਆ। ਜਦੋਂ ਗੁਰੂ ਕੀ ਸੰਗਤ ਵਿੱਚ ਆਏ ਤੇ ਫਿਰ ਉਹਨਾਂ ਆਪਣੇ ਜੀਵਨ ਦੀ ਰੌਂ ਨੂੰ ਸਮਝ ਲਿਆ। ਬੜੇ ਬੜੇ ਐਸੇ ਜੀਵ ਵੀ ਨੇ ਜਿਨ੍ਹਾਂ ਦੀ ਪਿਛਲੀ ਜ਼ਿੰਦਗੀ ਵੱਲ ਝਾਤ ਮਾਰੀਏ, ਉਹ ਕਹਿੰਦੇ ਸਾਡਾ ਜੀਵਨ ਪਸ਼ੂਆਂ ਤੋਂ ਵੀ ਬੱਤਰ। ਪਰ ਜਿਸ ਦਿਨ ਤੋਂ ਸਾਹਿਬ ਦੀ ਸ਼ਰਨ ਆਏ, ਰੰਗ ਬਦਲ ਗਿਆ, ਰਸ ਬਦਲ ਗਿਆ, ਕਮਾਲ ਹੋ ਗਈ। ਪਤਾ ਲੱਗਿਆ ਕਿ ਹੁਣ ਤਾਈਂ ਤਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਸੀ, ਇਹ ਤਾਂ ਨਰਕ ਸੀ। ਇਹ ਤਾਂ ਗੁਰੂ ਸਾਹਿਬ ਨੇ ਸਾਡੀ ਬਾਹ ਫੜੀ ਹੈ ਤੇ ਨਰਕ ਦੇ ਵਿੱਚੋਂ ਖਿੱਚ ਕੇ ਬਾਹਰ ਕੱਢ ਲਿਆ। ਗੁਰੂ ਪਾਤਸ਼ਾਹ ਦੇ ਉਪਦੇਸ਼ ਤੋਂ ਬਿਨਾਂ ਜੀਵਨ ਕੀ ਹੈ ਇਹਦੀ ਸਮਝ ਨਹੀਂ ਆਉਂਦੀ। ਜੀਵਨ ਮੁਕਤ ਅਵਸਥਾ ਦਾ ਪ੍ਰਕਾਰ ਗੁਰੂ ਕੇ ਉਪਦੇਸ਼ ਚੋਂ ਪ੍ਰਾਪਤ ਹੁੰਦਾ ਹੈ। ਗੁਰੂ ਪਾਤਸ਼ਾਹ ਨੇ ਜੈਸਾ ਜੀਵਨ ਸਿੱਖ ਨੂੰ ਪ੍ਰਦਾਨ ਕੀਤਾ ਹੈ, ਇਹ ਜੀਵਨ ਮਹਾਨ ਜੀਵਨ ਹੈ ਜਿਹੜਾ ਗੁਰੂ ਸਾਹਿਬ ਨੇ ਬਖਸ਼ਿਆ ਆਪਣੇ ਉਪਦੇਸ਼ ਦੁਆਰਾ। ਐਸਾ ਜੀਵਨ ਗੁਰੂ ਸਾਹਿਬ ਆਪਣੇ ਉਪਦੇਸ਼ ਦੁਆਰਾ ਦੱਸਦੇ ਨੇ ਜਿਸ ਜੀਵਨ ਨੂੰ ਜੀ ਕੇ ਮਨੁੱਖ ਆਪਣੇ ਜੀਵਨ ਦੇ ਲਕਸ਼ ਨੂੰ ਪ੍ਰਾਪਤ ਹੁੰਦਾ ਹੈ। ਜੋ ਇਹਦਾ ਮਨੋਰਥ ਹੈ ਉੱਥੇ ਤੱਕ ਪਹੁੰਚਦਾ ਔਰ ਸਮਾਜ ਉਸਰਦਾ ਹੈ, ਸਮਾਜ ਜੁੜਦਾ ਹੈ, ਸਮਾਜ ਵਿੱਚ ਵੰਡੀ ਨਹੀਂ ਪੈਂਦੀ, ਸਮਾਜ ਗੰਧਲਾ ਨਹੀਂ ਹੁੰਦਾ, ਸਮਾਜ ਭ੍ਰਸ਼ਟਾਚਾਰ ਦੇ ਗੰਧ ਵਿੱਚ ਗਰਕ ਨਹੀਂ ਹੁੰਦਾ, ਸਮਾਜ ਨਿਰਦਈ ਨਹੀਂ ਹੁੰਦਾ, ਸਮਾਜ ਇੱਕ ਦੂਜੇ ਦਾ ਦੁਸ਼ਮਣ ਨਹੀਂ ਹੁੰਦਾ। ਜਦੋਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜੀਵਨ ਜੀਵਿਆ ਜਾਏ, ਉਹ ਸਮਾਜ ਜੁੜ ਜਾਂਦਾ ਹੈ, ਉਹ ਸਮਾਜ ਵਿੱਚ ਸਦਾਚਾਰਕ ਬਿਰਤੀ ਬਣ ਜਾਂਦੀ ਹੈ। ਉਹ ਸਮਾਜ ਮਿਲ ਜੁਲ ਕੇ ਆਪਣੀ ਤੇ ਆਪਣੇ ਨਾਲ ਦੇ ਸਾਥੀਆਂ ਦੀ ਤਰੱਕੀ ਭਾਲਦਾ, ਬਾਹਰੀ ਤੌਰ ਤੇ ਵੀ ਔਰ ਅੰਤਰੀਵੀ ਤੌਰ ਤੇ ਵੀ। ਉਹ ਸਮਾਜ ਦਇਆ ਦੇ ਭਾਵ ਨਾਲ ਭਰ ਜਾਂਦਾ ਹੈ ਜਦੋਂ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ ਦੁਆਰਾ ਕੋਈ ਜੀਵਨ ਨੂੰ ਜੀਵਦਾ ਹੈ। ਤੋ ਸਤਿਗੁਰਾਂ ਦੇ ਉਪਦੇਸ਼ ਵਿੱਚ ਜੀਵਨ ਦਾ ਅਸਲੀ ਤਾਤਪਰਜ ਹੈ, ਜੀਵਨ ਦਾ ਅਸਲੀ ਮਨੋਰਥ ਹੈ ਕਿ ਸਾਡੀ ਪਹੁੰਚ ਕਿੱਥੇ ਤੱਕ ਹੋਣੀ ਚਾਹੀਦੀ ਹੈ, ਸਾਡੀ ਗੰਮਯਤਾ
ਕਿੱਥੇ ਤੱਕ ਹੋਣੀ ਚਾਹੀਦੀ ਹੈ। ਤੋ ਜਿਸ ਵਕਤ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ, ਫਿਰ ਜੀਵਨ ਗਤ ਭਾਤੇ RAM ਰਾਜੇ, ਫਿਰ ਜੀਵਨ ਮੁਕਤ ਅਵਸਥਾ ਦਾ ਅਸਲੀ ਪ੍ਰਕਾਰ ਸਮਝ ਆਇਆ। ਸਮਝ ਆਇਆ ਤੁਰਿਆ ਕੀ ਹੈ, ਸਮਝ ਆਇਆ ਤਿੰਨ ਗੁਣ ਕੀ ਨੇ, ਸਮਝ ਆਇਆ ਇਹ ਵਿਕਾਰ ਕਿਵੇਂ ਭ੍ਰਸ਼ਟ ਕਰਦੇ ਹੈ। ਇਹ ਸੋਝੀ ਵਿੱਚ ਆਇਆ ਕਿ ਝੂਠ ਕਿਵੇਂ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦਾ। ਸਮਝ ਆਇਆ ਕਿ ਕਿਸੇ ਦੀ ਨਿੰਦਾ ਕਰਨ ਦੇ ਨਾਲ ਕਿਤਨੀ ਮੈਲ ਇਸ ਹਿਰਦੇ ਵਿੱਚ ਆ ਜਾਂਦੀ ਹੈ। ਸਮਝ ਆਇਆ ਕਿ ਚੁਗਲੀ ਕਰਕੇ ਕਿਸੇ ਦੇ ਕੰਮ ਨੂੰ ਵਿਗਾੜਨ ਤੋਂ ਬਾਅਦ ਕਿੱਡਾ ਵੱਡਾ ਪਛਤਾਵਾ ਹਿਰਦੇ 'ਚ ਆ ਕੇ ਬਣਦਾ। ਇਹ ਸਾਰੀ ਸਮਝ ਗੁਰੂ ਉਪਦੇਸ਼ ਵਿੱਚੋਂ ਹੀ ਆਉਂਦੀ ਹੈ ਨਾ। ਤੋ ਗੁਰੂ ਪਾਤਸ਼ਾਹ ਦਾ ਉਪਦੇਸ਼ ਬੜਾ ਵਿਸ਼ਾਲ ਹੈ। ਹਾਂਜੀ। ਜੀਵਨ ਗਤ ਸੁਆਮੀ ਅੰਤਰ ਜਾਮੀ, ਆਪ ਲਿਏ ਲੜ ਲਾਏ। ਜੀਵਨ ਮੁਕਤ ਅਵਸਥਾ ਦਾ ਸੁਆਮੀ ਖੁਦ ਪਰਮੇਸ਼ਰ ਆਪ ਹੈ। ਜਿਸ ਨੂੰ ਬਖਸ਼ਦਾ ਉਹਨੂੰ ਮਿਲ ਜਾਂਦੀ ਹੈ। ਜੀਵਨ ਦੀ ਮੁਕਤ ਅਵਸਥਾ ਬਾਰੇ ਕੁਝ ਸਮਝਣਾ ਪਵੇ ਤਾਂ ਇੰਨੀ ਕੁ ਗੱਲ ਸਮਝ ਲਈਏ, ਜਿੱਥੇ ਜਾ ਕੇ ਕੋਈ ਫੁਰਨਾ, ਕੋਈ ਸੰਕਲਪ ਵਿਕਲਪ ਨਾ ਰਹੇ, ਉਸ ਅਵਸਥਾ ਦਾ ਨਾਮ ਹੈ ਜੀਵਨ ਮੁਕਤ। ਜਿੱਥੇ ਨਾ ਸੁਖ ਦਾ ਪਤਾ, ਨਾ ਦੁੱਖ ਦਾ, ਨਾ ਹਰਖ ਨਾ ਸੋਗ, ਜਿਸ ਨੂੰ ਨਿਰਵਿਕਲਪ ਅਵਸਥਾ ਕਹਿੰਦੇ ਹੈ, ਉਹ ਜੀਵਨ ਮੁਕਤ ਅਵਸਥਾ ਹੈ। ਰਸਦਾਇਕ ਹਾਨੀ ਵਿੱਚ ਆ ਕੇ ਜੀਵ ਪਛਤਾਵੇ ਵਿੱਚ ਚਲਿਆ ਜਾਂਦਾ, ਲਾਭ ਵਿੱਚ ਆ ਕੇ ਖੁਸ਼ੀ 'ਚ ਚਲਿਆ ਜਾਂਦਾ। ਇੱਕ ਰਸ ਬਿਰਤੀ ਨਹੀਂ ਰਹਿੰਦੀ। ਹਾਨੀ ਹੋਈ, ਉਸੇ ਦੇ ਪਛਤਾਵੇ ਵਿੱਚ ਆਪਣੇ ਵਰਤਮਾਨ ਨੂੰ ਵੀ ਗਵਾਈ ਚਲਿਆ ਜਾਏ, ਇਹ ਵੀ ਯੋਗ ਨਹੀਂ। ਉਹ ਤਾਂ ਹੋ ਗਿਆ ਜੋ ਹੋਣਾ ਸੀ। ਹੁਣ ਜੋ ਹੋ ਗਿਆ ਹੈ, ਬੀਤ ਗਿਆ ਹੈ ਸਮਾਂ, ਉਸ ਬੀਤੇ ਹੋਏ ਸਮੇਂ ਨੂੰ ਮੁੜ ਕੇ ਉਹੀ ਦੁਬਾਰਾ ਨਹੀਂ ਕੀਤਾ ਜਾ ਸਕਦਾ, ਨਾ ਉਹੀ ਤਰੀਕ, ਉਹੀ ਵਾਰ ਦੁਬਾਰਾ ਤਾਂ ਨਹੀਂ ਲਿਆਂਦਾ ਜਾ ਸਕਦਾ। ਜੀਵਨ ਮੁਕਤ ਅਵਸਥਾ ਦੀ ਖੇਡ ਵਿੱਚ ਗੁਰਮੁਖ ਇਸੇ ਰੰਗ ਵਿੱਚ ਰਹਿੰਦੇ ਆ ਕਿ ਸਾਡੇ ਕੋਲੇ ਵਰਤਮਾਨ ਹੈ, ਇਸੇ ਨੂੰ ਉਸ ਦਾ ਰਸ ਲੈਂਦਿਆਂ ਬਤੀਤ ਕਰੀਏ। ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਰ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਹੋ ਕੱਲ ਭਲਕ ਦੀ ਸੋਚ ਅੱਜ ਇਹ ਮੁਫਤ ਗਵਾਈ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਹਰ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ। ਡਾਕਟਰ ਭਾਈ ਵੀਰ ਸਿੰਘ। ਬੀਤ ਗਿਆ ਹੈ, ਹੁਣ ਉਹਦੇ ਬਾਰੇ ਕੀ ਸੋਚੀਏ? ਆਉਣਾ ਹੈ, ਹਾਲੇ ਉਹਦੇ ਬਾਰੇ ਪਤਾ ਨਹੀਂ। ਸਾਡੀ ਜ਼ਿੰਦਗੀ ਚ ਆਵੇ ਕਿ ਨਾ ਆਵੇ, ਵਰਤਮਾਨ ਸਾਡੇ ਪਾਸ ਹੈ। ਇਸ ਵਰਤਮਾਨ ਨੂੰ ਸੰਭਾਲ ਲਈਏ ਤੇ ਭਵਿੱਖ ਵੀ ਚੰਗਾ ਹੋ ਜਾਂਦਾ। ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਸ ਅੱਜ ਨੂੰ ਸੰਭਾਲ। ਇਹ ਬੀਤੇ ਹਰ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ। ਕਿਉਂਕਿ ਠਹਿਰਨਾ ਇਹਨੇ ਵੀ ਨਹੀਂ ਹੈ। ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਇਸ ਕਰਕੇ ਕਰ ਸਫਲ ਉਡੰਦਾ ਜਾਵਦਾ, ਕਰ ਸਫਲ ਉਡੰਦਾ ਜਾਵਦਾ। ਗਰੀਬ ਨਵਾਜ ਪਾਤਸ਼ਾਹ ਜੀ ਦੇ ਸ਼ਬਦ ਦੁਆਰਾ ਪਤਾ ਲੱਗਦਾ ਜੀਵਨ ਮੁਕਤ ਅਵਸਥਾ ਕੀ ਹੈ। ਔਰ ਜੀਵਨ ਮੁਕਤ ਅਵਸਥਾ ਦੇ ਸੁਆਮੀ ਖੁਦ ਮਾਲਕ ਜੀ ਆਪ ਨਿਰੰਤਰ ਜਾਮੀ। ਸਭ ਦੇ ਅੰਦਰ ਦੀ ਜਾਣਨ ਵਾਲੇ, ਘਟ ਘਟ ਦੇ ਅੰਦਰ ਦੀ ਜਾਣਨ ਵਾਲੇ, ਕੌਣ ਕੀ ਸੋਚਦਾ, ਕਿਸ ਦੇ ਹਿਰਦੇ 'ਚ ਕੀ ਚੱਲਦਾ ਜਾਣਦੇ ਨੇ। ਐਸਾ ਨਹੀਂ ਕਿ ਉਹਨਾਂ ਦੀ ਅੱਖਾਂ ਅੱਗੇ ਕੋਈ ਪੜਦਾ ਹੈ। ਸਾਨੂੰ ਨਹੀਂ ਪਤਾ ਸਾਡੇ ਕੋਲ ਬੈਠੇ ਦੇ ਮਨ 'ਚ ਕੀ ਚੱਲਦਾ। ਤੇ ਮੇਰੇ ਸਾਹਿਬ ਜੀ ਦਾ ਹਿਰਦਾ, ਕਿਉਂਕਿ ਉਹ ਸਾਰਿਆਂ ਦੇ ਘਟਾਂ ਵਿੱਚ ਵਸਦੇ ਨੇ, ਤੇ ਕਿਸ ਦੇ ਘਟ 'ਚ ਕੀ ਉੱਠਿਆ ਹੈ ਜਾਂ ਆਉਣ ਵਾਲੇ ਝਟ ਨੂੰ ਕੀ ਉੱਠਣਾ, ਉਹ ਤਾਂ ਇਹ ਵੀ ਜਾਣਦੇ ਨੇ। ਉੱਠਣ ਤੋਂ ਬਾਅਦ ਜਾਣਨ ਦੀ ਅਵਸਥਾ ਤਾਂ ਬੜੇ ਸਾਧਕਾਂ ਵਿੱਚ ਵੀ ਆ ਜਾਂਦੀ ਹੈ। ਕਿਸੇ ਦੇ ਅੰਦਰ ਦੀ ਜਾਣ ਲੈਂਦੇ ਹੈ।
ਇਹਦੇ ਮਨ 'ਚ ਕੀ ਸਵਾਲ ਹੈ, ਪਰ ਸਵਾਲ ਕੀ ਉੱਠਣਾ ਹੈ ਉਹ ਤਾਂ ਉਹ ਵੀ ਜਾਣਦੇ ਨੇ, ਅੰਤਰਜਾਮੀ ਨੇ। ਐਸੇ ਅੰਤਰਜਾਮੀ ਆਪ ਲੀਏ ਲੜ ਲਾਏ, ਜਿਨ੍ਹਾਂ ਤੇ ਤਰਸ ਕਰਕੇ ਜਿਨ੍ਹਾਂ ਨੂੰ ਆਪਣੇ ਲੜ ਨਾਲ ਲਾ ਲੈਂਦੇ ਹਨ ਉਹ ਲੱਗਦੇ ਹਨ। ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤਹੂ ਜਾਏ। ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ, ਉਹਦਾ ਜਿਹੜਾ ਖਜ਼ਾਨਾ ਹੈ ਨਾ, ਉਹ ਸ਼ੁਭ ਰਤਨਾਂ ਨਾਲ, ਨਾਮ ਪਦਾਰਥ ਨਾਲ, ਪ੍ਰੇਮ ਪਦਾਰਥ ਨਾਲ, ਇਹੋ ਜਿਹੇ ਪਦਾਰਥਾਂ ਨਾਲ ਭਰਿਆ ਪਿਆ ਤੇ ਪ੍ਰਗਟ ਹੈ। ਪ੍ਰਗਟ ਵੀ ਆ ਤੇ ਪੂਰਨ ਵੀ ਹੈ, ਭਰਿਆ ਹੋਇਆ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਐਸੇ ਖਜ਼ਾਨੇ ਨੂੰ ਛੱਡ ਕੇ ਦੂਰ ਨਹੀਂ ਜਾਂਦੇ। ਛੋੜ ਨਾ ਕਤਹੂ ਜਾਏ, ਉਹ ਛੱਡ ਕੇ ਨਹੀਂ ਜਾਂਦੇ ਕਿਤੇ। ਕਹਿੰਦੇ ਐਸਾ ਵੱਡਾ ਖਜ਼ਾਨਾ ਅਸੀਂ ਕਿਵੇਂ ਛੱਡ ਕੇ ਚਲੇ ਜਾਈਏ। ਸਾਡੇ ਹਰੀ ਵਿੱਚ ਐਸੇ ਕੀਮਤੀ ਰਤਨ ਹਨ। ਪ੍ਰਭ ਸੁਘਰ ਸਰੂਪ ਸੁਜਾਨ ਸੁਆਮੀ ਤਾਕੀ ਮਿਟੈ ਨਾ ਦਾਤੇ। ਮੇਰਾ ਪ੍ਰਭੂ ਸੁਘੜ ਹੈ, ਚੰਗੀ ਘਾੜਤ ਕੱਢਣ ਵਾਲਾ, ਸੋਹਣੇ ਰੂਪ ਵਾਲਾ ਹੈ। ਸੁਘੜ ਸਿਆਣੇ ਨੂੰ ਵੀ ਕਹਿੰਦੇ ਆ, ਸੋਹਣੇ ਰੂਪ ਵਾਲਾ ਹੈ। ਤੇ ਫਿਰ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲਾ ਸੁਜਾਨ, ਉਹ ਜਾਣਦਾ ਹਰ ਇੱਕ ਚੀਜ਼ ਨੂੰ, ਸਭ ਦਿਆਂ ਦਿਲਾਂ ਦੀਆਂ ਬੁੱਝਣ ਵਾਲਾ, ਸਭ ਦਿਆਂ ਦਿਲਾਂ ਦੀਆਂ ਜਾਣਨ ਵਾਲਾ। ਆਨੰਦਪੁਰ ਸਾਹਿਬ 'ਚ ਬੜੀਆਂ ਰੌਣਕਾਂ, ਸੰਗਤ ਆਈ ਮੇਲੇ ਤੇ। ਕਲਗੀਧਰ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਫੌਜਾਂ ਨੂੰ, ਵੀ ਬਾਹਰੋਂ ਆਵੇ ਆਵਣ ਦਿਓ, ਪਰ ਆਨੰਦਪੁਰ ਸਾਹਿਬ 'ਚੋਂ ਬਾਹਰ ਨਹੀਂ ਕਿਸੇ ਨੂੰ ਜਾਣ ਦੇਣਾ ਸਾਡੀ ਆਗਿਆ ਬਿਨਾਂ। ਜਦੋਂ ਤੱਕ ਸਾਡੀ ਆਗਿਆ ਨਾ ਹੋਵੇ। ਕੁਝ ਕੁ ਸਿੱਖ ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ, ਉਹਨਾਂ ਵੇਖਿਆ ਗੁਰੂ ਸਾਹਿਬ ਜੀ ਦਾ ਕਿਆ ਪਤਾ ਕਿੰਨੇ ਦਿਨ ਨਾ ਜਾਣ ਦੇਣ, ਪਿੱਛੇ ਘਰ ਦੇ ਕੰਮ ਨੇ। ਹਾਲਾਂਕਿ ਗੁਰੂ ਪਾਤਸ਼ਾਹ ਕਿਹਾ ਸੀ ਵੀ ਸਾਡੀ ਆਗਿਆ ਬਿਨਾਂ ਨਹੀਂ ਜਾਣਾ। ਜਾ ਕੇ ਆਗਿਆ ਵੀ ਮੰਗ ਸਕਦੇ ਸੀ, ਪਰ ਉਹਨਾਂ ਚਲਾਕੀ ਕੀਤੀ। ਜਾਣ ਲਈ ਇੱਕ ਬਹਾਨਾ ਬਣਾਇਆ ਕਿ ਇੱਕ ਬਜ਼ੁਰਗ ਇਹਨਾਂ ਦੇ ਨਾਲ ਆਇਆ ਹੋਇਆ, ਉਹਨੂੰ ਕਿਹਾ ਵੀ ਤੂੰ ਮਰ ਜਾ, ਮਰਨ ਦੀ ਐਕਟਿੰਗ ਕਰਨੀ ਹੈ। ਉਹਨੂੰ ਫੱਟੇ ਤੇ ਪਾ ਲਿਆ, ਆਖਿਆ ਜੀ ਸਾਡਾ ਬੰਦਾ ਮਰ ਗਿਆ, ਅਸੀਂ ਤਾਂ ਚੱਲੇ ਹਾਂ ਜੀ। ਗੁਰੂ ਸਾਹਿਬ ਨੂੰ ਨਹੀਂ ਪੁੱਛਿਆ, ਬਾਹਰੋਂ ਬਾਹਰ ਪਾ ਕੇ ਫੱਟੇ ਤੇ ਟੁਰ ਪਏ। ਜਾਂਦਿਆਂ ਜਾਂਦਿਆਂ ਪੜ੍ਹਦੇ ਜਾਣ, ਕਿੱਡੇ ਭਾਗ ਚੰਗੇ ਨੇ, ਗੁਰੂ ਘਰ 'ਚ ਮੌਤ ਹੋਈ ਹੈ ਇਹਦੀ। ਤੇ ਗਾਈ ਜਾਣ ਜਾਂਦਿਆਂ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ, ਸੇਵਕ ਕੀ ਓੜਕ ਨਿਭੀ ਪ੍ਰੀਤ। ਕਲਗੀਧਰ ਪਾਤਸ਼ਾਹ ਨੇ ਵੇਖਿਆ, ਜਾਣ ਨੂੰ ਜਾਣ ਵੀ ਦਿੰਦੇ, ਪਰ ਜਾ ਕੇ ਨਾ ਸੋਚਣਾ ਸੀ, ਵੇਖਿਆ ਸੀ, ਗੁਰੂ ਨੂੰ ਪਤਾ ਨਹੀਂ ਲੱਗਣ ਦਿੱਤਾ। ਪਰ ਸਤਿਗੁਰੂ ਜੀ ਦੱਸਣਾ ਚਾਹੁੰਦੇ ਸੀ ਵੀ ਗੁਰੂ ਨੂੰ ਸਭ ਪਤਾ ਹੁੰਦਾ, ਉਹਨਾਂ ਕੋਲੋਂ ਕੀ ਲੁਕਾਓਗੇ ਬਈ। ਜਾ ਹੀ ਰਹੇ ਸਨ ਤੇ ਮਹਾਰਾਜ ਜੀ ਦੇ ਕੋਲੋਂ ਦੀ ਜਦੋਂ ਸਾਹਮਣੇ ਉਹਦੀ ਲੰਘਣ ਲੱਗੇ ਤੇ ਮਹਾਰਾਜ ਜੀ ਨੇ ਆਵਾਜ਼ ਮਾਰ ਕੇ ਸੱਦਿਆ, ਆਖਿਆ ਜਿਹੜੇ ਸੇਵਕ ਦੀ ਓੜਕ ਨਿਭ ਗਈ ਹੈ ਉਹਨੂੰ ਸਾਡੇ ਕੋਲ ਵੀ ਤਾਂ ਲਿਆਓ, ਅਸੀਂ ਵੀ ਵੇਖੀਏ ਕਿਹੜਾ ਸੇਵਕ ਹੈ ਜਿਹਦੀ ਓੜਕ ਨਿਭ ਗਈ ਹੈ। ਲਿਆ ਕੇ ਸਤਿਗੁਰਾਂ ਮੂਹਰੇ ਪਾ ਦਿੱਤਾ, ਨਾਲੇ ਡਰੇ ਵੀ ਹੋਏ। ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਮਹਾਰਾਜ ਜੀ ਦੇ ਲਾਗੇ ਬੈਠੇ। ਪਾਤਸ਼ਾਹ ਕਹਿੰਦੇ ਵਿਖਾਈਏ ਸੇਵਕ ਦੀ ਓੜਕ ਨਿਭੀ ਪ੍ਰੀਤ। ਹੋਲੇ ਜੀ ਕਿਹਾ, ਭਾਈ ਰਾਮ ਕੁਇਰ ਜੀ ਜਾਓ ਚੁੱਲ੍ਹੇ ਵਿੱਚੋਂ ਅੱਗ ਦੇ ਅੰਗਾਰ ਲਿਆਓ। ਬ੍ਰਹਮ ਗਿਆਨੀ ਭਾਈ ਰਾਮ ਕੁਇਰ ਸਾਹਿਬ ਜੀ ਨੇ 7 ਬਚਨ ਕਿਹਾ ਤੇ ਇੱਕ ਬਾਟੇ 'ਚ ਪਾ ਕੇ ਅੰਗਾਰ ਲੈ ਆਏ। ਆਖਿਆ ਇਹ ਜਿਹੜਾ ਸਾਹਮਣੇ ਮਰਿਆ ਪਿਆ ਮੁਰਦਾ ਕਹਿੰਦੇ ਨੇ, ਇਹਦੇ ਕੋਲ ਅੰਗਾਰ ਲਾਓ। ਚਾਦਰ ਜੀ ਚੁੱਕ ਕੇ ਜਦੋਂ 2-3 ਅੰਗਾਰ ਜੇ ਲਾਗੇ ਲਾਏ ਤੇ ਉਹ ਸਣੇ ਕੱਪੜੀ, ਸਣੇ ਚਾਦਰ ਦੌੜਿਆ ਫਿਰੇ, ਹਾਏ ਸੜ ਗਿਆ।
ਮਹਾਰਾਜ ਜੀ ਹੱਸ ਕੇ ਕਹਿ ਦਿਓ ਤੁਹਾਡਾ ਮੁਰਦਾ ਤਾਂ ਸਣੇ ਦੇ ਹੀ ਸੱਚਖੰਡ ਨੂੰ ਟੁਰ ਪਿਆ ਬਈ। ਬੜੇ ਸ਼ਰਮਿੰਦਾ ਹੋਏ। ਪਾਤਸ਼ਾਹ ਆਖਿਆ ਚਤਰਾਈਆਂ ਨਾਲ ਗੁਰੂ ਨਹੀਂ ਛੜੀਦਾ, ਭੋਲੇ ਭਾਏ ਗੁਰੂ ਨਾਲ ਮਿਲੀਏ ਤੇ ਗੁਰੂ ਰੀਝ ਪੈਂਦਾ, ਉਹ ਨਹੀਂ ਫਿਰ ਵਿਚਾਰਦਾ। ਪਰ ਜੇ ਤੁਸੀਂ ਚਲਾਕੀਆਂ ਚਤਰਾਈਆਂ ਕਰਕੇ ਕਹੋ ਵੀ ਗੁਰੂ ਨੂੰ ਛੜ ਲਾਂਗੇ, ਤੇ ਤੁਹਾਡੀ ਚਤਰਾਈ ਇੱਕ ਨਿੱਕੀ ਜੀ ਬੁੱਧੀ ਦੀ ਚਤਰਾਈ ਹੈ, ਤੇ ਗੁਰੂ ਦੀ ਜਿਹੜੀ ਵਿਸ਼ਾਲ ਬੁੱਧੀ ਆ ਉਹ ਸਾਰੀ ਦੁਨੀਆ ਨੂੰ ਛੜਨ ਵਾਲਾ। ਗੁਰੂ ਕੋਲੋਂ ਨਹੀਂ ਕੁਝ ਲੁਕਿਆ ਹੋਇਆ। ਗੁਰੂ ਪਾਤਸ਼ਾਹ ਸਭ ਦੇ ਅੰਦਰ ਦੀ ਜਾਣਨ ਵਾਲੇ ਨੇ, ਇਸ ਕਰਕੇ ਕਿਹਾ ਸੋ ਜਾਣ। ਸੁਆਮੀ ਸਾਰੇ ਜਗਤ ਦੇ ਮਾਲਕ ਨੇ, ਤਾਂ ਕਿ ਮਿਟੈ ਨਾ ਦਾਤੇ। ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨਹੀਂ ਮਿਟਦੀਆਂ। ਜਿਹੜੀ ਦਾਤ ਸਾਹਿਬ ਨੇ ਦੇ ਦਿੱਤੀ ਹੈ ਨਾ ਆਪਣੇ ਸੇਵਕਾਂ ਨੂੰ, ਸਾਡੇ ਸਾਹਿਬ ਦੀ ਦਿੱਤੀ ਹੋਈ ਦਾਤ ਕਦੇ ਕੋਈ ਮੇਟ ਨਹੀਂ ਸਕਦਾ। ਜਲ ਸੰਗ ਰਾਤੀ ਮਾਸ਼ੁਲੀ, ਨਾਨਕ ਹਰ ਮਾਤੇ। ਪਾਤਸ਼ਾਹ ਕਹਿੰਦੇ ਜਿਵੇਂ ਪਾਣੀ ਦੇ ਨਾਲ ਮੱਛੀ ਰੱਤੀ ਹੁੰਦੀ ਹੈ, ਇਸੇ ਤਰ੍ਹਾਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਰਸ ਵਿੱਚ ਰੱਬ ਦੇ ਪਿਆਰੇ ਮਸਤ ਹਨ। ਚਾਤਰਿਕ ਜਾਚੈ ਬੂੰਦ ਜਿਉ, ਹਰ ਪ੍ਰਾਨ ਆਧਾਰਾ RAM ਰਾਜੇ। ਜਿਵੇਂ ਬਾਬੀਹਾ ਸਵਾਂਤੀ ਬੂੰਦ ਮੰਗਦਾ, ਉਹ ਸਵਾਂਤੀ ਬੂੰਦ ਬਿਨਾਂ ਨਹੀਂ ਰਹਿ ਸਕਦਾ, ਉਹਦੇ ਜੀਵਨ ਦਾ ਆਧਾਰ ਹੈ। ਤੈਸੇ ਰੱਬ ਦੇ ਪਿਆਰਿਆਂ ਦੇ ਪ੍ਰਾਣਾਂ ਦਾ ਆਧਾਰ ਹਰੀ ਹੈ। ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਹੈ। ਉਹ ਰੱਬ ਤੋਂ ਬਿਨਾ ਹਰੀ ਤੋਂ ਬਿਨਾ ਨਹੀਂ ਰਹਿ ਸਕਦੇ। ਮਾਲ ਖਜ਼ੀਨਾ ਸੁਤ ਭਰਾਤ ਮੀਤ, ਸਭ ਹੂੰ ਤੇ ਪਿਆਰਾ RAM ਰਾਜੇ। ਰੱਬ ਦੇ ਪਿਆਰਿਆਂ ਨੂੰ ਦੁਨੀਆ ਦਾ ਮਾਲ, ਮਾਲ ਸੰਪਦਾ, ਜ਼ਮੀਨਾਂ ਜਾਇਦਾਦਾਂ, ਖਜ਼ੀਨਾ, ਕੈਸ਼ ਪਿਆ ਹੋਵੇ ਜਿੰਨਾ ਖਜ਼ਾਨਾ, ਫਿਰ ਪੁੱਤਰ, ਭਰਾ, ਮਿੱਤਰ। ਰੱਬ ਦੇ ਪਿਆਰਿਆਂ ਨੂੰ ਇਹਨਾਂ ਸਭ ਨਾਲੋਂ, ਜਿਹੜੇ ਉੱਪਰ ਦਿਸੇ ਨੇ ਗਿਣਤੀ ਕਰਕੇ, ਇਹਨਾਂ ਸਭ ਨਾਲੋਂ ਆਪਣਾ ਰੱਬ ਪਿਆਰਾ ਲੱਗਦਾ ਹੈ। ਉਹ ਕਹਿੰਦੇ ਸਾਨੂੰ ਸਭ ਤੋਂ ਪਿਆਰਾ ਸਾਡਾ RAM ਹੈ, ਸਭ ਤੋਂ ਪਿਆਰਾ। ਭਾਈ ਮੰਝ ਨੇ ਆਖਿਆ ਮਾਰ ਵੱਡੇ ਸ਼ਾਹੂਕਾਰ ਸੀ, ਸਭ ਕੁਝ ਚਲਿਆ ਗਿਆ, ਆਖਿਆ ਇਹਨਾਂ ਸਭ ਤੋਂ ਪਿਆਰੇ ਮੈਨੂੰ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਹਨ। ਸਭ ਹੋ ਤੇ ਪਿਆਰਾ RAM ਰਾਜੇ। ਉਹਨਾਂ ਨੂੰ ਸਭ ਤੋਂ ਪਿਆਰਾ, ਉੱਪਰ ਜਿੰਨੇ ਦੱਸੇ ਨੇ, ਇਹਨਾਂ ਸਭ ਤੋਂ ਅਧਿਕ ਪਿਆਰਾ ਉਹਨਾਂ ਨੂੰ ਆਪਣਾ ਰੱਬ ਹੈ, ਆਪਣਾ ਪਿਆਰਾ ਹੈ। ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ। ਸਭ ਤੋਂ ਪਿਆਰਾ ਉਹ ਪੁਰਖ ਜਿਹੜਾ ਸਾਰਿਆਂ ਵਿੱਚ ਵਰਤ ਕੇ ਵੀ ਸਭ ਤੋਂ ਨਿਰਾਲਾ ਹੈ। ਤਾਕੀ ਗਤ ਨਹੀਂ ਜਾਣੀਐ। ਜਿਹੜੇ ਮਨਮੁਖ ਲੋਕ ਨੇ ਉਹਦੀ ਗਤ ਨਹੀਂ ਜਾਣ ਸਕਦੇ, ਉਸ ਦੀ ਅਵਸਥਾ ਨੂੰ ਨਹੀਂ ਜਾਣ ਸਕਦੇ। ਹਰ ਸਾਸ ਗਿਰਾਸ ਨਾ ਬਿਸਰੈ ਕਬਹੂ। ਰੱਬ ਦੇ ਪਿਆਰਿਆਂ ਨੂੰ ਹਰ ਸਾਹ ਨਾਲ, ਹਰ ਗਿਰਾਸ ਨਾਲ ਪਰਮੇਸ਼ਰ ਚੇਤੇ ਰਹਿੰਦਾ ਹੈ। ਉਹ ਸਵਾਸ ਗਿਰਾਸ ਕਦੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਹਿਰਦੇ ਚੋਂ ਨਹੀਂ ਵਿਸਾਰਦੇ। ਉਹਨਾਂ ਦੇ ਹਿਰਦਿਆਂ ਚੋਂ ਕਦੇ ਵੀ ਰੱਬ ਨਹੀਂ ਵਿਸਰਦਾ। ਗੁਰ ਸ਼ਬਦੀ ਰੰਗ ਮਾਣੀਐ। ਸਤਿਗੁਰਾਂ ਦੇ ਸ਼ਬਦ ਦੁਆਰਾ ਗੁਰਮੁਖ ਉਹਦਾ ਰੰਗ ਮਾਣਦੇ ਹਨ। ਗੁਰਮੁਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਨੂੰ ਮਾਣਦੇ ਹਨ। ਪ੍ਰਭ ਪੁਰਖ ਜਗ ਜੀਵਨੋ, ਸੰਤ ਰਸ ਪੀਵਨੋ। ਉਹ ਪ੍ਰਭੂ ਪੁਰਖ ਹੈ, ਸਾਰਿਆਂ ਵਿੱਚ ਪੂਰਿਆ, ਸਾਰੇ ਜਗਤ ਦਾ ਜੀਵਨ ਹੈ। ਔਰ ਰੱਬ ਦੇ ਪਿਆਰੇ ਉਹਦੇ ਰਸ ਨੂੰ ਪੀਵਣ ਵਾਲੇ ਨੇ। ਸੰਤ ਰਸ ਪੀਵਨੋ। ਜਿਹੜੇ ਸੰਤ ਜਨ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਪੀਂਦੇ ਹਨ। ਜਪ ਭਰਮ ਮੋਹ ਦੁਖ ਡਾਰਾ। ਔਰ ਰੱਬ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਪਣੇ ਹਿਰਦੇ ਵਿੱਚੋਂ ਜਿਤਨੇ ਭਰਮ ਨੇ, ਜਿਤਨੇ ਵੀ ਭਰਮ ਨੇ, ਉਹ ਸਾਰੇ ਭਰਮਾਂ ਦੇ ਦੁੱਖ ਨੂੰ ਡਾਰ ਦਿੱਤਾ, ਦੂਰ ਕਰ ਦਿੱਤਾ, ਨਿਵਾਰ ਦਿੱਤਾ ਹੈ।
ਮੋਹ ਦਾ ਦੁੱਖ, ਭਰਮ ਦਾ ਦੁੱਖ ਉਹਨਾਂ ਗੁਰਮੁਖਾਂ ਨੇ ਆਪਣੇ ਹਿਰਦੇ ਚੋਂ ਤਿਆਗ ਦਿੱਤਾ ਹੈ। ਚਾਤਰਿਕ ਜਾਚੈ ਬੂੰਦ ਜਿਉ ਨਾਨਕ ਹਰ ਪਿਆਰਾ। ਜਿਵੇਂ ਚਾਤਰਿਕ ਨੂੰ ਸਵਾਂਤ ਬੂੰਦ ਦੀ ਮੰਗ ਹੈ, ਉਹਨੂੰ ਸਵਾਂਤ ਬੂੰਦ ਦਾ ਪ੍ਰੇਮ ਹੈ, ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤਿਵੇਂ ਮੈਨੂੰ ਮੇਰਾ ਹਰੀ ਪਿਆਰਾ ਹੈ, ਤਿਵੇਂ ਮੈਨੂੰ ਮੇਰਾ ਰੱਬ ਪਿਆਰਾ ਹੈ। ਮਿਲੇ ਨਾਰਾਇਣ ਆਪਣੇ ਮਨੋਰਥੋ ਪੂਰਾ। ਰਾਮ ਮੇਰੇ ਨਾਰਾਇਣ ਰਾਜੇ ਹਰੀ ਵਾਹਿਗੁਰੂ ਜੀ ਮੈਨੂੰ ਆ ਮਿਲੇ ਹਨ, ਮਿਲ ਗਏ ਨੇ ਮੇਰੇ ਨਾਰਾਇਣ ਜੀ ਮੈਨੂੰ, ਔਰ ਮੇਰੇ ਮਨ ਦੇ ਜਿਤਨੇ ਮਨੋਰਥ ਨੇ ਉਹ ਪੂਰੇ ਹੋ ਗਏ ਨੇ। ਆਖਿਆ ਮਹਾਰਾਜ ਕਿਹੜਾ ਮਨੋਰਥ ਜਿਹੜਾ ਪੂਰਾ ਹੋਇਆ? ਆਖਿਆ ਇੱਕੋ ਮਨੋਰਥ ਸੀ ਕਿ ਮੇਰਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾਵੇ, ਇਹ ਮਨੋਰਥ ਪੂਰਾ ਹੋ ਗਿਆ। ਜਦੋਂ ਮੇਰੇ ਨਾਰਾਇਣ ਜੀ ਮਿਲੇ, ਨਾਰਾਇਣ ਨਾਰਾਇਣ ਜਿਹੜਾ ਸਾਰੇ ਨਰਾਂ ਵਿੱਚ ਆਇਆ ਹੋਇਆ, ਉਹ ਨਾਰਾਇਣ ਜੀ ਜਦੋਂ ਮੈਨੂੰ ਮਿਲੇ ਤਾਂ ਮੇਰੇ ਸਾਰੇ ਮਨੋਰਥ ਪੂਰੇ ਹੋ ਗਏ। ਮੇਰੇ ਜਨਮ ਤੇ ਮਰਨ ਦਾ ਦੁੱਖ ਜਿਹੜਾ ਸੀ ਉਹ ਕੱਟਿਆ ਗਿਆ। ਇਹੀ ਮੇਰਾ ਮਨੋਰਥ ਸੀ ਕਿ ਮੇਰਾ ਜਨਮ ਮਰਨ ਕੱਟਿਆ ਜਾਏ, ਉਹ ਮਨੋਰਥ ਮੇਰੇ RAM ਨੇ ਪੂਰਾ ਕਰ ਦਿੱਤਾ। ਢਾਠੀ ਭੀਤ ਭ੍ਰਮ ਕੀ ਭੇਟਤ ਗੁਰ ਸੂਰਾ। ਰਾਮ ਰਾਜੇ ਹੇ ਪਿਆਰੇ, ਜਦੋਂ ਸੂਰਮਾ ਗੁਰੂ ਮਿਲਿਆ ਨਾ, ਸੂਰਾ ਗੁਰੂ, ਸੂਰਮਾ ਗੁਰੂ, ਸਤਿਗੁਰੂ ਜੀ ਨੂੰ ਸੂਰਮਾ ਕਿਹਾ ਗੁਰਬਾਣੀ ਚ। ਸਤਿਗੁਰੂ ਜੀ ਦਾਤੇ ਵੀ ਨੇ, ਸਤਿਗੁਰੂ ਜੀ ਸੂਰਮੇ ਵੀ ਨੇ, ਗੁਰੂ ਸੂਰਮਾ ਵੀ ਹੈ। ਕਬੀਰ ਸਤਿਗੁਰ ਸੂਰਮੇ, ਸੂਰਮਾ ਯੋਧਾ ਕਹਿੰਦੇ। ਪੂਰੇ ਸਤਿਗੁਰੂ ਜੀ, ਸੂਰੇ ਸਤਿਗੁਰੂ ਜੀ ਜਦੋਂ ਮਿਲੇ, ਬਸ ਮਿਲਣ ਦੀ ਦੇਰੀ ਸੀ ਕਿ ਮੇਰੇ ਅੰਦਰ ਜਿਤਨੀਆਂ ਭਰਮ ਦੀਆਂ ਕੰਧਾਂ ਸੀ ਉਹ ਢਹਿ ਕੇ ਢੇਰੀ ਹੋ ਗਈਆਂ। ਗੁਰੂ ਨੇ ਸਾਰੀਆਂ ਕੰਧਾਂ ਢਾ ਦਿੱਤੀਆਂ ਭਰਮ ਦੀਆਂ। ਸੂਰਮਾ ਗੁਰੂ ਭਰਮ ਨਹੀਂ ਰਹਿਣ ਦਿੰਦਾ। ਸੂਰਮੇ ਗੁਰੂ ਨੇ ਮੇਰੇ ਅੰਦਰ ਜਿਤਨੀਆਂ ਵੀ ਭਰਮ ਦੀਆਂ ਕੰਧਾਂ ਸੀ, ਭੀਤ ਨਾਮ ਹੁੰਦਾ ਕੰਧ ਦਾ, ਉਹ ਸਾਰੀਆਂ ਕੰਧਾਂ, 5 ਪ੍ਰਕਾਰ ਦਾ ਭਰਮ ਦੱਸਿਆ ਵਿਦਵਾਨਾਂ ਨੇ, ਉਹ ਸਾਰੇ ਭਰਮ ਮੇਰੇ ਸਾਹਿਬ ਨੇ ਮੇਰੇ ਹਿਰਦੇ ਚੋਂ ਕੱਢ ਦਿੱਤੇ ਹਨ। ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਧ ਦੀਨ ਦਇਆਲਾ। ਮੈਂ ਆਪਣੇ ਪੂਰਨ ਗੁਰੂ ਨੂੰ ਪ੍ਰਾਪਤ ਕੀਤਾ। ਕਿਹਨਾਂ ਨੇ ਪ੍ਰਾਪਤ ਕੀਤਾ ਹੈ ਪੂਰਨ ਗੁਰੂ? ਜਿਨ੍ਹਾਂ ਦੇ ਮੱਥੇ ਤੇ ਪੂਰਬਲੇ ਲੇਖ ਲਿਖੇ ਹੋਏ ਸੀ, ਜਿਨ੍ਹਾਂ ਨੂੰ ਗੁਰੂ ਜੀ ਮਿਲੇ, ਇਹਨਾਂ ਨੂੰ ਸਭ ਨਿਧ ਦੀਨ ਦਇਆਲਾ। ਸਾਰੀਆਂ ਨਿਧਾਂ ਦਾ ਖਜ਼ਾਨਾ, ਦੀਨਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਆ ਮਿਲਿਆ। ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ। ਆਦ ਪਹਿਲਾਂ, ਹੁਣ, ਮੱਧ ਵਿੱਚ ਤੇ ਅੰਤ ਨੂੰ, ਤਿੰਨਾਂ ਵੇਲਿਆਂ ਵਿੱਚ ਉਹ ਪ੍ਰਭੂ ਪੂਰਨ ਹੈ, ਉਹ ਸੁੰਦਰ ਹੈ। ਸਾਰੇ ਜਗਤ ਦੇ ਜੀਵਾਂ ਨੂੰ ਪਾਲਣੇ ਵਾਲਾ ਸਾਡੇ ਗੁਰੂ ਸਾਹਿਬ ਦੇ ਰੂਪ ਵਿੱਚ ਆਇਆ। ਉਹ ਸਾਡੇ ਗੁਰੂ ਪਾਤਸ਼ਾਹ ਦੇ ਰੂਪ ਵਿੱਚ, ਧੰਨ ਗੁਰੂ ਰਾਮਦਾਸ ਸਾਹਿਬ ਦੇ ਰੂਪ ਵਿੱਚ ਆਏ ਹਨ। ਸੁਖ ਸਹਜ ਆਨੰਦ ਕੰਢੇਰੇ ਪਾਤਤ ਪਾਵਨ ਸਾਧੂ ਧੂਰਾ। ਮੇਰੇ ਸਾਹਿਬ ਸੁੱਖਾਂ ਦੇ, ਸਹਿਜ ਦੇ, ਘਨੇਰੇ ਆਨੰਦਾਂ ਦੇ ਮਾਲਕ ਹਨ, ਔਰ ਰੱਬ ਦੇ ਪਿਆਰੇ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜ ਉਹ ਪਤਤਾਂ ਨੂੰ, ਪਾਪੀਆਂ ਨੂੰ ਪਾਵਨ ਕਰਨੇ ਹਾਰੀ, ਪਵਿੱਤਰ ਕਰਨੇ ਹਾਰੀ ਹੈ। ਹਰ ਮਿਲੇ ਨਾਰਾਇਣ ਨਾਨਕਾ ਮਨੋਰਥੋ ਪੂਰਾ। ਸਾਹਿਬ ਕਹਿੰਦੇ ਜਿਨ੍ਹਾਂ ਨੂੰ ਨਾਰਾਇਣ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਮਿਲੇ, ਉਹਨਾਂ ਦੇ ਮਨੋਰਥ ਪੂਰੇ ਹੋ ਗਏ, ਉਹਨਾਂ ਦੇ ਜੀਵਨ ਦੀ ਯਾਤਰਾ ਸਫਲ ਹੋ ਗਈ, ਜੀਵਨ ਸਿੱਧ ਹੋ ਗਿਆ, ਜਨਮ ਮਰਨ ਤੋਂ ਰਹਿਤ ਹੋ ਗਏ, ਮਨੋਰਥ ਉਹਨਾਂ ਦਾ ਪੂਰਨ ਹੋ ਗਿਆ। ਸਤਿਗੁਰੂ ਜੀ ਕਿਰਪਾ ਕਰਨ ਐਸਾ ਮਨੋਰਥ ਸਾਡਾ ਵੀ ਪੂਰਨ ਹੋਵੇ। ਦਇਆਨਿਧ ਸੁਆਮੀ ਜੀ ਦੇ ਪਾਵਨ ਅੰਮ੍ਰਿਤ ਬਚਨ, ਸਤਿਗੁਰਾਂ ਦੀ ਅਗਾਧ ਬੋਧ ਗੁਰਬਾਣੀ,
ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।